ਡੀਅਰ ਸਟੂਡੈਂਟਸ, ਅੱਜ ਅਸੀਂ ਸਾਇੰਸ ਦਾ ਚੈਪਟਰ ਕਰਨ ਜਾ ਰਹੇ ਹਾਂ ਕਲਾਸ 8 ਦਾ ਸੈੱਲ ਬਣਤਰ ਅਤੇ ਕਾਰਜ। ਸਭ ਤੋਂ ਪਹਿਲੇ ਦੇਖੋ ਸੈੱਲ ਦੀ ਖੋਜ ਜਿਹੜੀ ਸੀਗੀ ਉਹ ਰਾਬਰਟ ਹੁੱਕ ਨੇ ਕੀਤੀ ਸੀ 1665 ਵਿੱਚ। ਠੀਕ ਹੈ, ਉਸਨੇ ਇਸ ਸੈੱਲ ਦੀ ਖੋਜ ਕਿਵੇਂ ਕੀਤੀ? ਉਸਨੇ ਦਰਖਤ ਦੀ ਛਿੱਲ ਦਾ ਇੱਕ ਟੁਕੜਾ ਲਿਆ ਜਿਹਨੂੰ ਕਾਰਕ ਕਿਹਾ ਜਾਂਦਾ ਹੈ, ਅਤੇ ਉਸ ਨੂੰ ਸੂਖਮ ਯੰਤਰ ਜਿਹਨੂੰ ਅਸੀਂ ਮਾਈਕਰੋਸਕੋਪ ਕਹਿੰਦੇ ਹਾਂ ਉਸ ਦੀ ਸਹਾਇਤਾ ਨਾਲ ਉਸ ਟੁਕੜੇ ਦਾ ਅਧਿਐਨ ਕੀਤਾ। ਠੀਕ ਹੈ, ਅਤੇ ਉਸਨੂੰ ਉਹ ਜਿਹੜਾ ਪਤਲਾ ਟੁਕੜਾ ਸੀਗਾ ਕਾਰਕ ਦਾ ਉਸਨੂੰ ਸੂਖਮਦਰਸ਼ੀ ਦੀ ਸਹਾਇਤਾ ਨਾਲ ਜਦੋਂ ਉਸਨੇ ਦੇਖਿਆ ਤਾਂ ਉਸਨੂੰ ਉਸਦੇ ਵਿੱਚ 6 ਕੋਣੇ ਵਿਭਾਜਿਤ ਬਕਸੇ ਦਿਖੇ। ਠੀਕ ਹੈ, ਜਿਹੜੇ ਬਕਸੇ ਕੀ ਸੀਗੀ? ਸ਼ਹਿਦ ਦੀ ਮੱਖੀ ਦੇ ਛੱਤੇ ਦੀ ਸ਼ਕਲ ਵਰਗੇ ਦਿਖਾਈ ਦਿੰਦੇ ਸਨ। ਠੀਕ ਹੈ, ਜਿਹੜੀ ਤੁਹਾਨੂੰ ਨੀਚੇ ਚਿੱਤਰ 8.1 ਨਜ਼ਰ ਆ ਰਿਹਾ ਹੈ, ਰਾਬਰਟ ਹੁੱਕ ਦੁਆਰਾ ਦੇਖੇ ਗਏ ਕਾਰਕ ਦੇ ਸੈੱਲ ਸਨ। ਠੀਕ ਹੈ, ਜਿਹੜੇ ਉਹਨੂੰ ਬਕਸਿਆਂ ਦੇ ਰੂਪ ਵਿੱਚ ਦਿਖਾਈ ਦਿੱਤੇ। ਠੀਕ ਹੈ, ਇਸ ਤੋਂ ਸਾਨੂੰ ਸਮਝ ਲੱਗੀ ਕਿ ਰਾਬਰਟ ਹੁੱਕ ਨੇ ਕੀ ਕੀਤਾ ਸੀ? ਸੈੱਲ ਦੀ ਖੋਜ ਕੀਤੀ ਸੀ 1665 ਈਸਵੀ ਵਿੱਚ। ਠੀਕ ਹੈ, ਔਰ ਉਹਨੇ ਕੀ ਬਾਅਦ ਵਿੱਚ ਦੇਖਿਆ? ਬਕਸੇ ਬਣੇ ਹੋਏ ਦੇਖੇ। ਅੱਗੇ ਦੇਖੋ ਤੁਸੀਂ, ਉਸਨੇ ਇਹ ਵੀ ਵੇਖਿਆ ਕਿ ਇੱਕ ਬਕਸਾ ਜਿਹੜਾ ਆ ਉਹ ਦੂਜੇ ਬਕਸੇ ਨਾਲੋਂ ਦੀਵਾਰ ਜਾਂ ਵਿਭਾਜਿਤ ਪੱਟੀ ਦੁਆਰਾ ਅਲੱਗ ਹੈ। ਠੀਕ ਹੈ, ਉਹ ਜਿਹੜੇ ਬਕਸੇ ਸੀ ਇੱਕ ਦੂਜੇ ਨਾਲੋਂ ਅਲੱਗ ਸੀ, ਜਿਸ ਨੂੰ ਉਹਨੇ ਇੱਕ ਦੀਵਾਰ ਜਾਂ ਪੱਟੀ ਦੇ ਨਾਲ ਕਿਹਾ ਹੈ। ਠੀਕ ਹੈ, ਹੁੱਕ ਨੇ ਹਰੇਕ ਬਕਸੇ ਨੂੰ ਸੈੱਲ ਦਾ ਨਾਮ ਦਿੱਤਾ। ਠੀਕ ਹੈ, ਅਤੇ ਔਰ ਉਸ ਦੇ ਦੁਆਰਾ ਜਿਹੜੇ ਇਹ ਦੇਖੇ ਗਏ ਬਕਸੇ ਸੀਗੇ ਮ੍ਰਿਤਕ ਸੈੱਲ ਸਨ। ਠੀਕ ਹੈ, ਨੈਕਸਟ ਦੇਖੋ, ਸਜੀਵਾਂ ਦੇ ਜੀਵਿਤ ਸੈੱਲਾਂ ਨੂੰ ਸੁਧਰੀਆਂ ਹੋਈਆਂ ਸੂਖਮਦਰਸ਼ੀਆਂ ਦੀ ਖੋਜ ਤੋਂ ਬਾਅਦ ਹੀ ਵੇਖਿਆ ਜਾ ਸਕਿਆ ਸੀਗਾ। ਜਿਹੜੇ ਸਜੀਵ ਸੀਗੇ ਹੈ ਨਾ, ਸਾਹ ਲੈਂਦੇ ਜੀਵ ਸੀ, ਉਹਨਾਂ ਦੇ ਜਿਹੜੇ ਸੈੱਲ ਸੀਗੇ ਉਹ ਜਦੋਂ ਸੂਖਮਦਰਸ਼ੀਆਂ ਦੇ ਵਿੱਚ ਜਿਹੜੇ ਸੁਧਾਰ ਹੋਏ ਅਤੇ ਫਿਰ ਦੇਖਿਆ ਗਿਆ। ਰਾਬਰਟ ਹੁੱਕ ਦੇ ਮਤਲਬ ਇਸ ਖੋਜ ਤੋਂ 150 ਸਾਲ ਤੱਕ ਵੀ ਸਾਨੂੰ ਮਤਲਬ ਸੈੱਲ ਬਾਰੇ ਇੰਨੀ ਜਾਣਕਾਰੀ ਨਹੀਂ ਮਿਲੀ। ਠੀਕ ਹੈ, ਬਟ ਅੱਜ ਸਾਡੇ ਕੋਲ ਕੀ ਆ? ਸੈੱਲ ਦੇ ਬਾਰੇ, ਉਹਦੀ ਰਚਨਾ ਬਾਰੇ ਅਤੇ ਉਹਦੇ ਕਾਰਜ ਬਾਰੇ ਜਾਣਕਾਰੀ ਬਹੁਤ ਜ਼ਿਆਦਾ ਹੈ, ਜੋ ਕਿ ਸਾਨੂੰ ਸੁਧਰੀਆਂ ਹੋਈਆਂ ਜਿਹੜੀਆਂ ਸੂਖਮਦਰਸ਼ੀਆਂ ਸੀਗੀਆਂ ਉਸ ਦੀ ਖੋਜ ਕਾਰਨ ਜਿਹੜੀ ਸੀਗੀ ਸੈੱਲ ਬਾਰੇ ਜਾਣਕਾਰੀ ਜਿਹੜੀ ਉਹ ਪ੍ਰਾਪਤ ਹੋਈ। ਅੱਗੇ ਨੈਕਸਟ ਦੇਖੋ, ਨੈਕਸਟ ਹੈਗਾ ਏ ਸੈੱਲ। ਹੁਣ ਅਸੀਂ ਦੇਖਾਂਗੇ ਕਿ ਸੈੱਲ ਕੀ ਹੁੰਦਾ ਹੈ। ਜਿਵੇਂ ਅਸੀਂ ਕੋਈ ਇਮਾਰਤ ਦੀ ਉਸਾਰੀ ਕਰਦੇ ਹਾਂ, ਭਵਨ ਬਣਾਉਂਦੇ ਹਾਂ, ਅਤੇ ਸਾਨੂੰ ਇੱਟਾਂ ਦੀ ਲੋੜ ਹੁੰਦੀ ਹੈ। ਠੀਕ ਹੈ, ਇਸੇ ਤਰ੍ਹਾਂ ਹੀ ਜਦੋਂ ਹੈ ਨਾ ਇੱਕ ਸਜੀਵ ਦੀ ਜਾਂ ਜੀਵ ਕਹਿ ਸਕਦੇ ਹੋ ਤੁਸੀਂ, ਉਸ ਦੀ ਜਦੋਂ ਉਸਦਾ ਨਿਰਮਾਣ ਹੁੰਦਾ ਹੈ ਅਤੇ ਉਸ ਦੇ ਵਿੱਚ ਵੀ ਕੀ ਹੁੰਦਾ ਆ? ਸੈੱਲ ਜਿਹੜੇ ਆ ਉਹਦੀਆਂ ਮੁੱਢਲੀਆਂ ਰਚਨਾਤਮਕ ਇਕਾਈਆਂ ਹੁੰਦੀਆਂ ਹਨ। ਠੀਕ ਹੈ, ਜਿਵੇਂ ਇਮਾਰਤ ਦੀ ਉਸਾਰੀ ਲਈ ਅਸੀਂ ਇੱਕਸਾਰ ਇੱਟਾਂ ਦਾ ਪ੍ਰਯੋਗ ਕਰਦੇ ਹਾਂ। ਠੀਕ ਹੈ, ਪਰੰਤੂ ਜਿਹੜੀ ਇਮਾਰਤ ਆ ਉਹਦਾ ਡਿਜ਼ਾਇਨ, ਉਹਦੀ ਸ਼ਕਲ, ਆਕਾਰ ਸਾਰਾ ਕੁਝ ਅਲੱਗ ਹੁੰਦਾ ਹੈ। ਇਸੇ ਤਰ੍ਹਾਂ ਹੀ ਸਜੀਵ ਦੇ ਵਿੱਚ ਭਾਵੇਂ ਬੇਸ਼ੱਕ ਜਿਹੜੇ ਸੈੱਲ ਹੁੰਦੇ ਨੇ ਉਹ ਇੱਕੋ ਜਿਹੇ ਹੁੰਦੇ ਹਨ। ਠੀਕ ਹੈ, ਪਰੰਤੂ ਜਿਹੜੇ ਸਜੀਵ ਹੁੰਦੇ ਹਨ ਉਹਨਾਂ ਦੀ ਜਿਹੜੀ ਸ਼ਕਲ ਹੁੰਦੀ ਆ ਉਹ ਅਲੱਗ-ਅਲੱਗ ਹੁੰਦੀ ਹੈ। ਠੀਕ ਹੈ, ਪਰੰਤੂ ਜਿੰਨੇ ਵੀ ਸਜੀਵ ਹੁੰਦੇ ਆ ਉਹ ਕੀ ਹੁੰਦੇ ਆ? ਸੈੱਲ ਤੋਂ ਹੀ ਬਣੇ ਹੁੰਦੇ ਹਨ। ਠੀਕ ਹੈ, ਪਰ ਜਿਹੜੇ ਨਿਰਜੀਵ ਆ ਜਿਵੇਂ ਇੱਟਾਂ ਹੋ ਗਈਆਂ ਹੈ ਨਾ, ਇਹਨਾਂ ਦੀ ਜਿਹੜੀ ਸੈੱਲਾਂ ਦੀ ਬਣਤਰ ਜਿਹੜੀ ਹੁੰਦੀ ਆ ਉਹਨਾਂ ਨਾਲੋਂ ਜ਼ਿਆਦਾ ਗੁੰਝਲਦਾਰ ਹੈ। ਤੁਸੀਂ ਦੇਖ ਸਕਦੇ ਹੋ ਇੱਟਾਂ ਦੀ ਦੀਵਾਰ ਹੈ। ਠੀਕ ਹੈ, ਉਸੇ ਤਰ੍ਹਾਂ ਹੀ ਇੱਕ ਪਿਆਜ਼ ਦੀ ਝਿੱਲੀ ਲਈ ਗਈ ਆ, ਉਸ ਨੂੰ ਮਾਈਕਰੋਸਕੋਪ ਦੀ ਸਹਾਇਤਾ ਨਾਲ ਵੇਖਿਆ ਗਿਆ ਅਤੇ ਉਸ ਵਿੱਚ ਕੀ ਆ? ਸੈੱਲਾਂ ਦੀ ਜਿਹੜੀ ਬਣਤਰ ਆ ਉਹ ਇੱਟਾਂ ਵਰਗੀ ਹੈ। ਅੱਗੇ ਦੇਖੋ, ਕੁਐਸਚਨ ਹੈਗਾ ਆ ਇੱਕ, ਮੁਰਗੀ ਦਾ ਅੰਡਾ ਆਸਾਨੀ ਨਾਲ ਵਿਖਾਈ ਦੇ ਜਾਂਦਾ ਹੈ ਕਿ ਇਹ ਇੱਕ ਸੈੱਲ ਹੈ ਜਾਂ ਸੈੱਲਾਂ ਦਾ ਸਮੂਹ? ਮੁਰਗੀ ਦਾ ਅੰਡਾ ਇਕੱਲਾ ਸੈੱਲ ਹੈ, ਪਰੰਤੂ ਆਕਾਰ ਵਿੱਚ ਵੱਡਾ ਹੋਣ ਕਰਕੇ ਸਾਨੂੰ ਨੰਗੀ ਅੱਖ ਨਾਲ ਦਿਖਾਈ ਦੇ ਸਕਦਾ ਹੈ। ਅੱਗੇ ਅਸੀਂ ਪੜ੍ਹਾਂਗੇ ਕਿ ਜਿਹੜੇ ਸੈੱਲ ਹੁੰਦੇ ਆ ਉਹਨਾਂ ਦੀ ਸੰਖਿਆ ਕਿੰਨੀ ਹੁੰਦੀ ਆ। ਠੀਕ ਹੈ, ਦੇਖੋ, ਜਦੋਂ ਵਿਗਿਆਨੀਆਂ ਨੇ ਮਤਲਬ ਸੈੱਲ ਦਾ ਨਿਰੀਖਣ ਕੀਤਾ, ਇਹਦਾ ਅਧਿਐਨ ਕੀਤਾ, ਅਤੇ ਉਸਨੇ ਮਤਲਬ ਕਿ ਸੂਖਮਦਰਸ਼ੀ ਦਾ ਜਿਹੜਾ ਉਪਯੋਗ ਸੀ, ਸੁਧਰੀ ਹੋਈ ਜਿਹੜੀ ਸੂਖਮਦਰਸ਼ੀ ਸੀ ਉਹਦੇ ਨਾਲ ਕੀਤਾ ਸੀਗਾ। ਠੀਕ ਹੈ, ਅਤੇ ਸੈੱਲ ਦੀ ਰਚਨਾ ਦਾ ਜਦੋਂ ਉਹਨਾਂ ਨੇ ਅਧਿਐਨ ਕੀਤਾ ਅਤੇ ਉਸਨੇ ਮਤਲਬ ਸੈੱਲ ਦੇ ਵੱਖਰੇ ਵੱਖਰੇ ਭਾਗਾਂ ਦਾ ਅਧਿਐਨ ਕਰਨ ਲਈ ਰੰਗਾਂ ਦੀ ਵਰਤੋਂ ਕੀਤੀ। ਠੀਕ ਹੈ, ਭਾਵੇਂ ਮਤਲਬ ਜਿੰਨੇ ਵੀ ਧਰਤੀ ਦੇ ਉੱਪਰ ਲੱਖਾਂ ਜੀਵ ਆ ਅਤੇ ਉਹਨਾਂ ਦੀ ਸਾਰਿਆਂ ਦੀ ਮਤਲਬ ਸ਼ਕਲ ਅਲੱਗ-ਅਲੱਗ ਆ, ਉਹ ਇਸ ਕਰਕੇ ਆ ਕਿਉਂਕਿ ਕਈਆਂ ਵਿੱਚ ਸੈੱਲਾਂ ਦੀ ਸੰਖਿਆ ਵਿੱਚ ਭਿੰਨਤਾ ਆ, ਕੁਝ ਜਿਹੜੇ ਆ ਇਸ ਕਰਕੇ ਉਹਨਾਂ ਦੇ ਅੰਗਾਂ ਅਤੇ ਸ਼ਕਲ ਅਤੇ ਆਕਾਰ ਵਿੱਚ ਭਿੰਨਤਾ ਹੁੰਦੀ ਹੈ। ਦੇਖੋ, ਸੈੱਲਾਂ ਦੀ ਸੰਖਿਆ, ਅਸੀਂ ਜਿਵੇਂ ਦਰਖਤ ਆ, ਹਾਥੀ ਨੇ, ਇਹਨਾਂ ਦੇ ਸਰੀਰ ਜਿਹੜੇ ਨੇ ਬਹੁਤ ਵਿਸ਼ਾਲ ਨੇ। ਠੀਕ ਹੈ, ਇਸ ਕਰਕੇ ਇਹਨਾਂ ਵਿੱਚ ਸੈੱਲਾਂ ਦੀ ਸੰਖਿਆ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹਨਾਂ ਵਿੱਚ ਵੀ ਕਿੰਨੇ ਸੈੱਲ ਹੋ ਸਕਦੇ ਆ, ਅਰਬਾਂ ਖਰਬਾਂ ਹੋ ਸਕਦੇ ਆ। ਠੀਕ ਹੈ, ਜਿਵੇਂ ਮਨੁੱਖ ਦਾ ਸਰੀਰ ਜਿਹੜਾ ਹੁੰਦਾ ਖਰਬਾਂ ਸੈੱਲਾਂ ਤੋਂ ਬਣਿਆ ਹੁੰਦਾ ਹੈ। 1 ਅਰਬ ਵਿੱਚ 100 ਕਰੋੜ ਹੁੰਦੇ ਹਨ। ਠੀਕ ਹੈ, ਅਤੇ 1 ਕਰੋੜ ਵਿੱਚ 100 ਲੱਖ ਹੁੰਦੇ ਹਨ। ਇਸ ਕਰਕੇ ਮਤਲਬ ਇਹਨਾਂ ਦੀ ਗਿਣਤੀ ਸਾਰੇ ਜਿਹੜੇ ਜਿੰਨੇ ਵੀ ਜੀਵ ਹੁੰਦੇ ਆ ਸਭਨਾਂ ਵਿੱਚ ਅਲੱਗ-ਅਲੱਗ ਹੁੰਦੀ ਆ। ਇਸ ਕਰਕੇ ਉਹਨਾਂ ਦੀ ਸ਼ਕਲ ਇੱਕ ਦੂਜੇ ਨਾਲੋਂ ਭਿੰਨ ਹੁੰਦੀ ਆ। ਸਾਰੇ ਜਿਹੜੇ ਸਾਨੂੰ ਸੰਜੀਵ ਆ ਇੱਕੋ ਜਿਹੇ ਨਜ਼ਰ ਨਹੀਂ ਆਉਂਦੇ। ਉਹਦਾ ਕਾਰਨ ਕੀ ਹੁੰਦਾ ਆ? ਸੈੱਲਾਂ ਦੀ ਜਿਹੜੀ ਸੰਖਿਆ ਆ ਉਹਨਾਂ ਵਿੱਚ ਭਿੰਨਤਾ ਹੋਣਾ। ਠੀਕ ਹੈ,
ਓਕੇ। ਅਤੇ ਜਿਵੇਂ ਹੀ ਮਤਲਬ ਸੈੱਲਾਂ ਦੇ ਜਿਹੜੇ ਭਿੰਨ ਭਿੰਨ ਸਮੂਹ ਹੁੰਦੇ ਹਨ ਉਹ ਅਲੱਗ-ਅਲੱਗ ਕੰਮ ਕਰਦੇ ਆ। ਜਿਵੇਂ ਮਤਲਬ ਕੁਝ ਜੀਵ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਸੈੱਲਾਂ ਤੋਂ ਬਣੇ ਹੁੰਦੇ ਆ, ਉਹਨਾਂ ਨੂੰ ਬਹੁ ਸੈੱਲੀ ਜੀਵ ਕਿਹਾ ਜਾਂਦਾ ਆ। ਅਤੇ ਜਿਹੜੇ ਮਤਲਬ ਛੋਟੇ ਜੀਵ ਹੁੰਦੇ ਆ ਜਿਨ੍ਹਾਂ ਵਿੱਚ ਸੈੱਲਾਂ ਦੀ ਸੰਖਿਆ ਘੱਟ ਹੁੰਦੀ ਆ, ਅਤੇ ਪਰ ਸੰਖਿਆ ਘੱਟ ਹੋਣ ਕਰਕੇ ਉਹਨਾਂ ਦੀਆਂ ਜਿਹੜੀਆਂ ਸਰੀਰਕ ਕਿਰਿਆਵਾਂ ਵਾ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦੀ। ਠੀਕ ਆ, ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਬੇਸ਼ੱਕ ਅਰਬਾਂ ਸੈੱਲਾਂ ਵਾਲੇ ਵੀ ਜੀਵ ਹੁੰਦੇ ਹਨ, ਬਟ ਉਹਨਾਂ ਦਾ ਜਿਹੜਾ ਆਰੰਭ ਆ ਉਹ ਇੱਕ ਸੈੱਲ ਤੋਂ ਹੀ ਹੁੰਦਾ ਆ। ਅਤੇ ਜਿਹੜਾ ਉਹ ਇੱਕ ਸੈੱਲ ਹੁੰਦਾ ਆ ਉਹ ਨਿਸ਼ੇਚਿਤ ਆਂਡਾ ਹੁੰਦਾ ਹੈ। ਠੀਕ ਹੈ, ਜੋ ਕਿ ਅੱਗੇ ਵਿਭਾਜਿਤ ਹੁੰਦਾ ਰਹਿੰਦਾ, ਅੱਗੇ ਮਤਲਬ ਟੁੱਟਦਾ ਰਹਿੰਦਾ ਆ। ਜਿਵੇਂ 1 ਤੋਂ 2 ਸੈੱਲ ਬਣਦੇ, 2 ਤੋਂ 4 ਸੈੱਲ ਬਣਦੇ ਨੇ। ਠੀਕ ਹੈ, ਅਤੇ ਇਸੇ ਤਰ੍ਹਾਂ ਉਹਨਾਂ ਦਾ ਵਾਧਾ ਹੁੰਦਾ ਰਹਿੰਦਾ ਹੈ ਅਤੇ ਸੈੱਲਾਂ ਦੀ ਜਿਹੜੀ ਸੰਖਿਆ ਆ ਉਹ ਵੱਧਦੀ ਰਹਿੰਦੀ ਆ। ਜਿਵੇਂ ਤੁਸੀਂ 2 ਜੀਵ ਦੇਖ ਰਹੇ ਹੋ ਨੀਚੇ, ਐਮੀਬਾ ਅਤੇ ਪੈਰਾਮੀਸ਼ੀਅਮ। ਇਹ ਜਿਹੜੇ ਇਹ ਵਾਲੇ ਜਿਹੜੇ ਜੀਵ ਨੇ ਇਹ ਇੱਕ ਸੈੱਲੀ ਜੀਵ ਨੇ। ਠੀਕ ਹੈ, ਮਤਲਬ ਇਹ ਇੱਕ ਸੈੱਲ ਤੋਂ ਬਣੇ ਆ, ਪਰ ਇਹਨਾਂ ਵਿੱਚ ਵੀ ਜਿਹੜੀਆਂ ਸਾਰੀਆਂ ਸਰੀਰਕ ਕਿਰਿਆਵਾਂ ਆ ਉਹ ਦੂਜੇ ਜੀਵ ਜਿਹੜੇ ਬਹੁ ਸੈੱਲੀ ਜੀਵ ਨੇ ਉਹਨਾਂ ਵਾਂਗ ਹੀ ਹੁੰਦੀਆਂ ਨੇ। ਠੀਕ ਹੈ, ਨੈਕਸਟ ਦੇਖੋ, ਜਿਹੜੇ ਮਤਲਬ ਯੂਨੀਸੈਲੂਲਰ ਹੁੰਦੇ ਆ ਯਾਨੀ ਕਿ ਇੱਕ ਸੈੱਲੀ ਜੀਵ ਹੁੰਦੇ ਆ, ਉਹਨਾਂ ਦੀਆਂ ਕਿਰਿਆਵਾਂ ਵੀ ਜਿਹੜੀਆਂ ਹੁੰਦੀਆਂ ਆ ਬਹੁ ਸੈੱਲੀ ਜੀਵਾਂ ਜਿਵੇਂ ਆਪਣੇ ਸਰੀਰਕ ਕਿਰਿਆਵਾਂ ਕਰਦੇ ਉਵੇਂ ਹੀ ਉਹ ਆਪਣੀਆਂ ਸਰੀਰਕ ਕਿਰਿਆਵਾਂ ਕਰਦੇ ਆ। ਠੀਕ ਹੈ, ਜਿਵੇਂ ਅਮੀਬਾ ਆ, ਉਹ ਅਮੀਬਾ ਬੇਸ਼ੱਕ ਇੱਕ ਸੈੱਲੀ ਜੀਵ ਆ, ਉਹ ਵੀ ਬਟ ਭੋਜਨ ਦਾ ਅੰਤਰ ਗ੍ਰਹਿਣ ਕਰ ਰਿਹਾ ਆ, ਪਾਚਨ ਕਰਦਾ ਆ, ਸਾਹ ਕਿਰਿਆ ਕਰਦਾ ਆ, ਮਲ ਨਿਕਾਸ ਕਰਦਾ, ਵਾਤਾ ਵੀ ਕਰਦਾ ਅਤੇ ਪ੍ਰਜਨਨ ਵੀ ਕਰਦਾ ਆ। ਅਤੇ ਬਹੁ ਸੈੱਲੀ ਜਿਹੜੇ ਜੀਵ ਹੁੰਦੇ ਆ ਉਹ ਵੀ ਸਾਰੀਆਂ ਇਹਨਾਂ ਦੀਆਂ ਇਹ ਕਿਰਿਆਵਾਂ ਵਿਸ਼ੇਸ਼ ਸੈੱਲਾਂ ਦੁਆਰਾ ਕੀਤੀਆਂ ਜਾਂਦੀਆਂ ਜਿਨ੍ਹਾਂ ਨੂੰ ਟਿਸ਼ੂ ਕਿਹਾ ਜਾਂਦਾ ਹੈ, ਅਤੇ ਇਹ ਇਕੱਠੇ ਹੋ ਕੇ ਅੰਗਾਂ ਦਾ ਨਿਰਮਾਣ ਕਰਦੇ ਨੇ। ਥੈਂਕ ਯੂ।